2019 ਜਦੋਂ ਦੁਬਾਰਾ ਜਿੱਤ ਕੇ ਉਹਨਾਂ ਨੂੰ ਲੱਗਿਆ ਸਾਰਾ ਹਿੰਦੁਸਤਾਨ ਸਾਡੇ ਪਿੱਛੇ ਆ, ਆਰਡੀਨੈਂਸ ਕਰਤੇ ਔਰ ਐਕਟ ਪਾਸ ਕਰਤੇ। ਐਕਟ ਪਾਸ ਕਰਦੇ में तो सारी दुनिया ने देखा कि कोई कानून कायदा नहीं आ। पार्लीमेंट का रूल है कि एक मैंबर भी अगर उठ के खड़ा कह दे कि जी वोटिंग कराओ, लोक सभा च भी और राज्य सभा च भी ये मंग उठी और ਜਿਹੜੇ प्रिजाइडिंग अफसर सी उन्होंने कहा नहीं बिल पास पाओ, हाँ करो ना करो, बस करके खत्म करता। इन्हां दे मोदी साहब दे जो प्रधानमंत्री जी ने इन्हां दे देखो ना ये फैसले की लेंदे आ। ਜਿਹੜਾ नोटबंदी की 4 घंटे का नोटिस, GST नहीं जी 12 बजे रात को लाना ही लाना, और जो लॉकडाउन किया और 4 घंटे का नोटिस, ये की करते हैं? एक तो ये सारी दुनिया दिखाना चाहते हैं कि मेरे वर्गा कोई प्रधानमंत्री या प्रेजिडेंट नहीं है जिहड़ा बहुत बड़े फैसले लैण की ताकत रखता होवे। आ जिहड़ा एग्रीकल्चर सैक्टर आ ਇਹਨੂੰ ਤਾਂ ਜੇ ਹੱਥ ਲਾਉਣ ਦੀ ਜ਼ਰੂਰਤ ਨਹੀਂ ਸੀ, ਕਿਉਂਕਿ ਆ ਕਰੋਨਾ 'ਚ ਹੁੰਦੇ ਹੋਵੇਂ ਵੀ 3.4% ਦੀ ਐਗਰੀਕਲਚਰ ਗਰੋਥ ਆ, ਬਾਕੀ ਸਾਰੀ ਇਕਨੋਮੀ 23.9 ਮਤਲਬ 24% ਥੱਲੇ ਗਈ। ਤੇ ਇੱਕ ਇਹੋ ਜਿਹੀ ਸਰਕਾਰ ਹੈ ਔਰ ਇਹਨਾਂ ਨੂੰ ਹੁਣ ਸਮਝ ਨਹੀਂ ਆ ਰਹੀ ਕਿ ਕਰੀਏ ਕੀ। ਇਹਨਾਂ ਨੂੰ ਹੁਣ ਕਿਉਂਕਿ ਜੇ ਵਾਪਸ ਲੈਂਦੇ ਆ, ਇਹਨਾਂ ਨੂੰ ਲੱਗਦਾ ਕਿ ਮੇਰੇ ਉਹ ਜਿਹੜਾ ਈਜ਼ ਆਫ ਡੂਇੰਗ ਬਿਜ਼ਨਸ ਮੇਰਾ ਸਕੋਰ ਵਧਿਆ, ਉਹਦਾ ਕੀ ਬਣੂਗਾ, ਮੇਰਾ ਇਮੇਜ ਕੀ ਰਹਿ ਜਾਊਗਾ ਕਿ ਇਹ ਤਾਂ ਕਾਨੂੰਨ ਬਣਾ ਕੇ ਵਾਪਸ ਲੈ ਲੈਂਦੇ ਆ ਜੀ। ਇਹ ਸਰਕਾਰ ਨੂੰ ਇਹਨਾਂ ਨੂੰ ਲੱਗਦਾ ਹੈਗਾ ਕਿ ਸਾਡੀ ਹਾਲਤ ਉਹ ਜਿਹੜੀ UPA 'ਚ ਦੀ ਅੰਨਾ ਐਜੂਕੇਸ਼ਨ ਤੋਂ ਬਾਅਦ ਹੋ ਗਈ ਸਾਡੀ ਉਹ ਹੋ ਜੂਗੀ। ਇਸ ਕਰਕੇ ਨਵੇਂ ਰਸਤੇ ਲੱਭ ਰਹੇ ਆ ਰੋਜ਼। ਔਰ ਬਿਆਨ ਪੜਿਆ ਸੀ ਸਰ ਬਲਬੀਰ ਸਿੰਘ ਰਾਜੇਵਾਲ ਔਰ ਹੋਰ ਲੀਡਰਾਂ ਦਾ, ਬਹੁਤ ਮੈਨੂੰ ਖੁਸ਼ੀ ਹੈ ਔਰ ਮੈਂ ਉਹਨਾਂ ਨੂੰ ਧੰਨਵਾਦ ਔਰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਹੈਗੇ ਹੋ ਜਿਨ੍ਹਾਂ ਨੇ ਇਹਨਾਂ ਨੂੰ ਲੜਾਈ ਦਿੱਤੀ, ਨਹੀਂ ਤਾਂ ਇਹ ਕਿਸੇ ਨੂੰ ਬੰਦਾ ਨਹੀਂ ਸਮਝਦੇ। ਇਹ ਤਾਂ ਅਸਲੀ ਮੁੱਦੇ ਤੇ ਤਾਂ ਆ ਨਹੀਂ ਰਹੇ। ਮੁਲਕ ਦੀ ਇਕਨੋਮੀ ਦਾ ਜਿਹੜਾ ਸੱਤਿਆਨਾਸ਼ ਹੋਇਆ ਇਸ ਵੇਲੇ ਕਰੀਬ 10% ਤੋਂ ਜ਼ਿਆਦਾ ਅਨਐਮਪਲੋਇਮੈਂਟ ਆ। ਇਹ ਤਾਂ ਉਹਦੇ ਤੇ ਆਉਣ ਨਹੀਂ ਦਿੰਦੇ ਕਿਉਂਕਿ ਪ੍ਰੈਸ ਕੁਝ ਛੱਪਣ ਨਹੀਂ ਦਿੰਦੇ ਹੈਗੇ, ਅਸਲੀ ਮੁੱਦਿਆਂ ਤੇ ਆਉਣ ਨਹੀਂ ਦਿੰਦੇ ਹੈਗੇ। ਇਹ ਕਿਸਾਨੀ ਤੇ ਕਿਸਾਨਾਂ ਦਾ ਹੱਲ ਕਰਨ ਵਿਚਾਰੇ ਉਹ ਵੀ 1.5 ਮਹੀਨਾ ਹੋ ਗਿਆ ਹੁਣ ਬੈਠਿਆਂ ਨੂੰ, ਉਹਨਾਂ ਨੂੰ ਵਾਪਸ ਭੇਜਣ। 55-60 ਲੋਕਾਂ ਦੀ ਮੌਤ ਹੋ ਚੁੱਕੀ ਆ। ਇੰਨੀ ਨਿਰਦਈ ਸਰਕਾਰ ਹੈ, ਇਹਨਾਂ ਨੂੰ ਦਿਖ ਨਹੀਂ ਰਿਹਾ। ਪਹਿਲਾਂ ਤਾਂ ਕਿਹਾ ਕਿ ਕਿਸਾਨ ਹੀ ਨਹੀਂ ਹੈਗੇ, ਫਿਰ ਕਹਿਣ ਲੱਗ ਪਏ ਕਿ ਹਰਿਆਣੇ ਦੇ ਤਾਂ ਲੋਕ ਹੀ ਨਹੀਂ ਇਹਦੇ 'ਚ ਹੈਗੇ, ਫਿਰ ਕਹਿੰਦੇ ਨਹੀਂ ਇਹ ਪੰਜਾਬ ਦੇ ਜਿਹੜੇ ਖਾਲਿਸਤਾਨੀ ਆ ਉਹ ਲੈ ਕੇ ਆ ਗਏ, ਫਿਰ ਕਹਿੰਦੇ ਕਾਮਰੇਡ ਔਰ ਨੈਕਸਲਾਈਟ ਲੈ ਕੇ ਆ ਗਏ, ਫਿਰ ਕਦੇ ਕੁਛ ਕਹਿੰਦੇ ਆ, ਫਿਰ ਕਹਿੰਦੇ ਨਹੀਂ ਇਹ ਪੋਲੀਟੀਕਲ ਪਾਰਟੀਆਂ ਚਲਾ ਰਹੀਆਂ, ਕਾਂਗਰਸ ਚਲਾ ਰਹੀ। ਅਰੇ ਸਾਨੂੰ ਤਾਂ ਉਹ ਉੱਥੇ ਕਹਿੰਦੇ ਕਿ ਤੁਸੀਂ ਸਾਡੀ ਸਟੇਜ ਤੇ ਆਉਣਾ ਨਹੀਂ ਹੈਗਾ। ਔਰ ਕਿਹੜਾ ਵੱਡਾ ਲੀਡਰ ਹੈ ਜਿਹੜਾ ਕਿਸੇ ਵੀ ਪਾਰਟੀ ਦਾ ਕਿਸਾਨ ਜਥੇਬੰਦੀਆਂ ਦੀ ਸਟੇਜ ਤੋਂ ਬੋਲਿਆ ਹੈਗਾ? ਤੇ ਮੁਲਕ ਦਾ ਬਹੁਤ ਬੁਰੀ ਹਾਲਤ ਹੈਗੀ ਆ। ਇਹ ਤਾਂ ਸਰਕਾਰ ਨੇ ਸੱਤਿਆਨਾਸ਼ ਕਰਤਾ ਮੁਲਕ ਦਾ। ਫੈਸਲੇ ਗਲਤ ਲੈਂਦੇ ਆ, ਜਦੋਂ ਤੋਂ ਮਰਜ਼ੀ ਇਹਨਾਂ ਦੇ ਫੈਸਲੇ ਦੇਖ ਲਓ। ਆ ਕਿਸਾਨਾਂ ਦਾ ਫੈਸਲਾ ਹੈਗਾ, ਅੱਛਾ ਭਲਾ ਸੈਕਟਰ ਚੱਲ ਰਿਹਾ ਸੀ ਉਹਨੂੰ ਕੰਪਨੀਆਂ ਨੂੰ ਥੋਪਣ ਲਈ। ਇਹ ਤਾਂ ਸਰਕਾਰੀ ਕੰਪਨੀਆਂ ਦੀਆਂ, ਸੂਟ ਬੋਰਡ ਦੀ ਸਰਕਾਰ ਹੈਗੀ, ਪਹਿਲੇ ਦਿਨ ਤੋਂ ਕੰਪਨੀਆਂ ਦਾ ਕੰਮ ਕਰਦੇ ਆ, ਮਲਟੀਨੈਸ਼ਨਲ ਦਾ ਕੰਮ ਕਰਨਾ ਚਾਹੁੰਦੇ ਆ ਔਰ ਕਿਸਾਨੀ ਨੂੰ ਵੇਚਣਾ ਚਾਹੁੰਦੇ ਆ। ਉਹਨਾਂ ਨੂੰ ਇਹ ਮੈਂ ਰਿਕਾਰਡ ਤੇ ਕਹਿਣਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਵੈਬ TV ਤੇ ਮੈਂ ਹਾਂ ਤੁਹਾਡੇ ਨਾਲ ਜੋਗਿੰਦਰ ਸਿੰਘ। ਅੱਜ ਮੈਂ ਤੁਹਾਡੇ ਰੂਬਰੂ ਉਸ ਸ਼ਖਸੀਅਤ ਨੂੰ ਕਰਨ ਜਾ ਰਿਹਾ ਜਿਨ੍ਹਾਂ ਨੇ ਜਿਹੜਾ ਕਰੰਟ ਮੁੱਦਾ ਹੈ, ਖੇਤੀ ਮੁੱਦਾ ਹੈ, ਖੇਤੀ ਬਿੱਲਾਂ ਦਾ ਮੁੱਦਾ ਹੈ, ਉਹ 'ਤੇ ਪਾਰਲੀਮੈਂਟ 'ਚ ਉਹਨੂੰ ਬੜੀ ਗੰਭੀਰਤਾ ਨਾਲ ਉਠਾਇਆ ਤੇ ਕਿਸਾਨੀ ਪ੍ਰਤੀ, ਪੰਜਾਬ ਦੀ ਕਿਸਾਨੀ ਪ੍ਰਤੀ, ਦੇਸ਼ ਦੀ ਕਿਸਾਨੀ ਪ੍ਰਤੀ, ਮਜ਼ਦੂਰਾਂ ਪ੍ਰਤੀ ਉਹ ਵੱਡਾ ਦਰਦ ਰੱਖਦੇ ਨੇ। ਮੇਰੀ ਮੁਰਾਦ ਹੈ ਸਾਡੇ ਨਾਲ ਨੇ ਡਾਕਟਰ ਅਮਰ ਸਿੰਘ। ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮੈਨੂੰ ਡਾਕਟਰ ਸਾਹਿਬ ਪਹਿਲਾ ਸਵਾਲ ਹੈ, ਜਿਹੜੇ 8 ਵਾਰ ਕਿਸਾਨਾਂ ਦੀ ਜਿਹੜੀ ਹੈ ਖੇਤੀ ਬਿੱਲਾਂ ਦੇ ਮੁੱਦੇ ਤੇ ਸਰਕਾਰ ਨਾਲ, ਕੇਂਦਰ ਨਾਲ ਮੀਟਿੰਗ ਹੋ ਚੁੱਕੀ ਹੈ ਪਰ ਕੁਝ ਨਹੀਂ ਨਿਕਲਿਆ। ਕਿਸਾਨਾਂ ਨੇ ਸਪਸ਼ਟ ਕਹਿ ਦਿੱਤਾ ਬਈ ਬਿੱਲ ਵਾਪਸ ਲਓ, ਹਾਂ ਜਾਂ ਨਾ ਕਰੋ ਪਹਿਲਾਂ। ਉਸ ਤੋਂ ਬਾਅਦ ਸਪਸ਼ਟ ਹੁਣ ਕਿਸਾਨਾਂ ਨੇ ਕਹਿ ਦਿੱਤਾ ਬਈ ਜਾਂ ਜਿੱਤਾਂਗੇ ਜਾਂ ਮਰਾਂਗੇ। ਕੀ ਹਾਲਾਤ ਨੇ? ਸਰਕਾਰ ਕਿਉਂ ਪਿੱਛੇ ਨਹੀਂ ਆ ਰਹੀ ਇਹਦੇ ਬਾਵਜੂਦ? ਦੇਖੋ, ਜਿਹੜੀ ਇਹ ਸਰਕਾਰ ਹੈ ਜੀ, ਇਹ ਉਹ ਸਰਕਾਰ ਆ ਜਿਹੜੀ 2014 'ਚ ਜਦੋਂ ਹੀ ਬਣ ਗਈ ਸੀ ਇਹਨਾਂ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰਤਾ ਸੀ। ਅਗਰ ਆਪਾਂ ਯਾਦ ਕਰੀਏ 2014 'ਚ ਜੀ ਕਿਸਾਨਾਂ ਦੀ ਜ਼ਮੀਨ ਨੂੰ ਲੈਣ ਦਾ, ਐਕਵਾਇਰ ਕਰਨ ਦਾ ਇੱਕ ਬਿੱਲ ਪਾਸ ਆਰਡੀਨੈਂਸ ਕਰਤਾ ਸੀ ਜੀ, ਜ਼ਬਰਦਸਤੀ ਲੈਣ ਦਾ। ਸਾਰੇ ਹਿੰਦੁਸਤਾਨ 'ਚ ਬਹੁਤ ਹੋ ਹੱਲਾ ਹੋਇਆ, ਬਹੁਤ ਕੁਝ ਹੋਇਆ।
ਔਰ ਫਿਰ ਉਹਦੇ ਤੇ ਰੁੱਗੇ ਵਾਪਸ ਕਰਤਾ ਜੀ ਉਥੋਂ ਰੁੱਗੇ ਪਰ ਨਾਲ ਹੀ ਸ਼ਾਂਤਾ ਕੁਮਾਰ ਕਮੇਟੀ 2014 ਚ ਹੀ ਬਣਾਤੀ ਜੀ ਸ਼ਾਂਤਾ ਕੁਮਾਰ ਕਮੇਟੀ ਤੋਂ ਰეკਮੈਂਡੇਸ਼ਨ ਜਿਹੜੀਆਂ ਉਹਨਾਂ ਕੀਤੀਆਂ ਨੇ ਉਹ ਉਹੀ ਰეკਮੈਂਡੇਸ਼ਨ ਨੇ ਜੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਵਿਸ਼ਵ ਵਪਾਰ ਸੰਗਠਨ ਜਾਂ ਵਰਲਡ ਬੈਂਕ ਜਾਂ ਮਲਟੀਨੈਸ਼ਨਲ ਜਿਹੜੀਆਂ ਆਪਣੀਆਂ ਫੂਡ ਗ੍ਰੇਨ ਦੀਆਂ ਕੰਪਨੀਆਂ ਨੇ ਜਾਂ ਐਗਰੀਕਲਚਰ ਜਿਹੜੀਆਂ ਕੰਪਨੀਆਂ ਨੇ ਬੀਜਾਂ ਦੀਆਂ ਕੰਪਨੀਆਂ ਨੇ ਜੋ ਕਹਿੰਦੇ ਆ ਇਨ ਬਿਨ ਉਹੀ ਨੇ ਕੀ ਆ ਐਗਰੀਕਲਚਰ ਸਬਸਿਡੀ ਘੱਟ ਕਰੋ ਖਤਮ ਕਰੋ ਸਰਕਾਰੀ ਖਰੀਦ ਖਤਮ ਘੱਟ ਕਰੋ ਜਿਹੜਾ ਤੁਸੀਂ ਆ ਸਸਤਾ ਅਨਾਜ ਦਿੰਦੇ ਹੋ ਉਹ 67% ਤੋਂ 40% ਤੇ ਪਹਿਲਾਂ ਲੈ ਆਓ ਔਰ ਮਾਰਕੀਟ ਵਿੱਚ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਲੈ ਕੇ ਆਓ ਇਹ ਜਿਹੜਾ ਸਰਕਾਰੀ ਤੁਹਾਡਾ ਬਹੁਤ ਜ਼ਿਆਦਾ ਕੰਮ ਰੱਖਿਆ ਉਹਨੂੰ ਕਰੋ ਤੇ ਉਹਨਾਂ ਨੇ ਤਾਂ 2014 ਚ ਹੀ ਆਪਣਾ ਕਰਤਾ ਸੀ ਫਿਰ ਆ ਉਹ ਹੋ ਹੱਲਾ ਇੰਨਾ ਹੋ ਗਿਆ ਸੀ ਕਿ ਆ 2019 ਜਦੋਂ ਦੁਬਾਰਾ ਜਿੱਤ ਕੇ ਉਹਨਾਂ ਨੂੰ ਲੱਗਿਆ ਸਾਰਾ ਹਿੰਦੁਸਤਾਨ ਸਾਡੇ ਪਿੱਛੇ ਆ ਆਰਡੀਨੈਂਸ ਕਰਤੇ ਔਰ ਐਕਟ ਪਾਸ ਕਰਦੇ ਵੀ ਤੁਹਾਨੂੰ ਸਾਰੀ ਦੁਨੀਆ ਨੇ ਦੇਖਿਆ ਕਿ ਕੋਈ ਕਾਨੂੰਨ ਕਾਇਦਾ ਨਹੀਂ ਆ ਪਾਰਲੀਮੈਂਟ ਦਾ ਰੂਲ ਹੈ ਕਿ ਇੱਕ ਮੈਂਬਰ ਵੀ ਅਗਰ ਉੱਠ ਕੇ ਖੜਾ ਕਹਿ ਦੇ ਕਿ ਜੀ VOTING ਕਰਾਓ ਲੋਕ ਸਭਾ 'ਚ ਵੀ ਔਰ ਰਾਜ ਸਭਾ 'ਚ ਵੀ ਇਹ ਮੰਗ ਉੱਠੀ ਔਰ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਸੀ ਉਹਨਾਂ ਨੇ ਕਿਹਾ ਨਹੀਂ ਬਿੱਲ ਪਾਸ ਪਾਓ ਹਾਂ ਕਰੋ ਨਾ ਕਰੋ ਬਸ ਕਰਕੇ ਖਤਮ ਕਰਤਾ ਇਹ ਇੱਕ ਇਹੋ ਜਿਹੀ ਸਰਕਾਰ ਹੈ ਜਿਹੜੀ ਬਿਲਕੁਲ ਨਾ ਤਾਂ ਡੈਮੋਕ੍ਰੇਸੀ 'ਚ ਵਿਸ਼ਵਾਸ ਕਰਦੀ ਆ ਨਾ ਲੋਕਤੰਤਰ 'ਚ ਵਿਸ਼ਵਾਸ ਕਰਦੀ ਆ ਨਾ ਲੋਕ ਭਲਾਈ 'ਚ ਵਿਸ਼ਵਾਸ ਕਰਦੀ ਆ ਇਹਨਾਂ ਦੇ ਮੋਦੀ ਸਾਹਿਬ ਦੇ ਜੋ ਪ੍ਰਧਾਨ ਮੰਤਰੀ ਜੀ ਨੇ ਇਹਨਾਂ ਦੇ ਦੇਖੋ ਨਾ ਇਹ ਫੈਸਲੇ ਕੀ ਲੈਂਦੇ ਆ ਜਿਹੜਾ ਨੋਟਬੰਦੀ ਕੀਤੀ 4 ਘੰਟੇ ਦਾ ਨੋਟਿਸ GST ਨਹੀਂ ਜੀ 12 ਵਜੇ ਰਾਤ ਨੂੰ ਲਾਉਣਾ ਹੀ ਲਾਉਣਾ ਔਰ ਜਦੋਂ ਆ ਲੋਕਡਾਊਨ ਕੀਤਾ ਔਰ 4 ਘੰਟੇ ਦਾ ਨੋਟਿਸ ਇਹ ਕੀ ਕਰਦੇ ਆ ਇੱਕ ਤਾਂ ਇਹ ਸਾਰੀ ਦੁਨੀਆ 'ਚ ਦਿਖਾਉਣਾ ਚਾਹੁੰਦੇ ਆ ਕਿ ਮੇਰੇ ਵਰਗਾ ਕੋਈ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਨਹੀਂ ਹੈਗਾ ਜਿਹੜਾ ਬਹੁਤ ਵੱਡੇ ਫੈਸਲੇ ਲੈਣ ਦੀ ਤਾਕਤ ਰੱਖਦਾ ਹੋਵੇ ਦੂਸਰਾ ਇਹਨਾਂ ਦੀ ਸਮੱਸਿਆ ਕੀ ਆ ਕਿ ਇਹ ਦਿਖਾਉਣਾ ਚਾਹੁੰਦੇ ਆ ਸਾਰੀ ਦੁਨੀਆ ਨੂੰ ਕਿ ਈਜ਼ ਆਫ ਡੂਇੰਗ ਜਿਹੜਾ ਬਿਜ਼ਨਸ ਹੈਗਾ ਜਿਹਦੇ 'ਚ ਨੰਬਰ ਮਿਲਦੇ ਆ ਇੰਟਰਨੈਸ਼ਨਲ ਲੈਵਲ ਤੇ ਕਿ ਉਹਦਾ ਮੈਂ ਬਹੁਤ ਵੱਡਾ ਉਹਦੇ 'ਚ ਉੱਤੇ ਜਾਣਾ ਚਾਹੁੰਦੇ ਆ ਜਿਹੜਾ ਐਗਰੀਕਲਚਰ ਸੈਕਟਰ ਆ ਇਹਨੂੰ ਤਾਂ ਜੇ ਹੱਥ ਲਾਉਣ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਆ ਕਰੋਨਾ 'ਚ ਹੁੰਦੇ ਹੋਵੇਂ ਵੀ 3.4% ਦੀ ਐਗਰੀਕਲਚਰ ਗਰੋਥ ਆ ਬਾਕੀ ਸਾਰੀ ਇਕਨੋਮੀ 23.9 ਮਤਲਬ 24% ਥੱਲੇ ਗਈ ਲੇਕਿਨ ਜਿਹੜਾ ਚੰਗਾ ਵਾਲਾ ਸੈਕਟਰ ਆ ਉਹਨੂੰ ਉਹਦੇ 'ਚ ਕਾਨੂੰਨ ਬਣਾ ਕੇ ਲੈ ਆਏ ਆ ਤੇ ਇੱਕ ਇਹੋ ਜਿਹੀ ਸਰਕਾਰ ਹੈ ਔਰ ਇਹਨਾਂ ਨੂੰ ਹੁਣ ਸਮਝ ਨਹੀਂ ਆ ਰਹੀ ਕਿ ਕਰੀਏ ਕੀ ਇਹਨਾਂ ਨੂੰ ਹੁਣ ਕਿਉਂਕਿ ਜੇ ਵਾਪਸ ਲੈਂਦੇ ਆ ਇਹਨਾਂ ਨੂੰ ਲੱਗਦਾ ਕਿ ਮੇਰੇ ਉਹ ਜਿਹੜਾ ਈਜ਼ ਆਫ ਡੂਇੰਗ ਬਿਜ਼ਨਸ ਮੇਰਾ ਸਕੋਰ ਵਧਿਆ ਉਹਦਾ ਕੀ ਬਣੂਗਾ ਮੇਰਾ ਇਮੇਜ ਕੀ ਰਹਿ ਜਾਊਗਾ ਕਿ ਇਹ ਤਾਂ ਕਾਨੂੰਨ ਬਣਾ ਕੇ ਵਾਪਸ ਲੈ ਲੈਂਦੇ ਆ ਜੀ ਇਹ ਸਰਕਾਰ ਨੂੰ ਇਹਨਾਂ ਨੂੰ ਲੱਗਦਾ ਹੈਗਾ ਕਿ ਸਾਡੀ ਹਾਲਤ ਉਹ ਜਿਹੜੀ UPA 'ਚ ਦੀ ਅੰਨਾ ਐਜੂਕੇਸ਼ਨ ਤੋਂ ਬਾਅਦ ਹੋ ਗਈ ਸਾਡੀ ਉਹ ਹੋ ਜੂਗੀ ਇਸ ਕਰਕੇ ਨਵੇਂ ਰਸਤੇ ਲੱਭ ਰਹੇ ਆ ਰੋਜ਼ ਕਿ ਕਿਸੇ ਤਰ੍ਹਾਂ ਔਰ ਮੈਂ ਵਧਾਈ ਦੇਣਾ ਚਾਹੁੰਦਾ ਕਿਸਾਨ ਜਥੇਬੰਦੀਆਂ ਨੂੰ ਔਰ ਉਹਨਾਂ ਦੇ ਲੀਡਰਾਂ ਨੂੰ ਕਿ ਉਹ ਇਹ ਸਾਰੀਆਂ ਮੋਦੀ ਸਾਹਿਬ ਦੀ ਉਹਨਾਂ ਦੀ ਟੀਮ ਦੀਆਂ ਗੇਮਸ ਸਮਝ ਰਹੇ ਨੇ ਔਰ ਜੋ ਮਰਜ਼ੀ ਇਹ ਕਹਿਣ ਉਹਨਾਂ ਨੇ ਕੋਰਟ 'ਚ ਵੀ ਉਹਨਾਂ ਕਹਿ ਕਿ ਅਸੀਂ ਨਹੀਂ ਜਾਣਾ ਕਿਉਂਕਿ ਚਾਹੁੰਦੇ ਸੀ ਕਿ ਆਪਾਂ ਅਦਾਲਤੀ ਲੜਾਈ 'ਚ ਇਹਨਾਂ ਨੂੰ ਫਸਾ ਲਈਏ ਉਹਦੇ 'ਚ ਵੀ ਮੈਂ ਬਹੁਤ ਖੁਸ਼ ਹੈਗਾ ਇਹ ਆਪਣੇ ਸਾਰੇ ਕਿਸਾਨ ਆਗੂਆਂ ਤੋਂ ਔਰ ਬਿਆਨ ਪੜ੍ਹਿਆ ਸੀ ਸਰ ਬਲਬੀਰ ਸਿੰਘ ਰਾਜੇਵਾਲ ਔਰ ਹੋਰ ਲੀਡਰਾਂ ਦਾ ਬਹੁਤ ਮੈਨੂੰ ਖੁਸ਼ੀ ਹੈ ਔਰ ਮੈਂ ਉਹਨਾਂ ਨੂੰ ਧੰਨਵਾਦ ਔਰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਹੈਗੇ ਹੋ ਜਿਨ੍ਹਾਂ ਨੇ ਇਹਨਾਂ ਨੂੰ ਲੜਾਈ ਦਿੱਤੀ ਨਹੀਂ ਤਾਂ ਇਹ ਕਿਸੇ ਨੂੰ ਬੰਦਾ ਨਹੀਂ ਸਮਝਦੇ ਸੋਸ਼ਲ ਐਕਟਿਵਿਸਟਾਂ ਨੂੰ ਬੰਦ ਕੀਤਾ JNU ਨੈਕਸਲਾਈਟ ਕਹਿੰਦੇ ਆ ਕਦੇ ਖਾਲਿਸਤਾਨੀ ਕਹਿੰਦੇ ਆ ਕਦੇ ਕੁਛ ਕਹਿੰਦੇ ਆ ਸੋਸ਼ਲ ਮੀਡੀਆ ਤੇ ਟ੍ਰੋਲ ਕਰਦੇ ਆ ਤੁਸੀਂ ਆ ਜਿਹੜਾ ਇਹਨਾਂ ਨੂੰ ਠੱਲ ਪਾਈ ਗਿਆ ਇਸ ਕਰਕੇ ਮੈਂ ਤਾਂ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਦੇ ਲੀਡਰਾਂ ਨੂੰ ਵਧਾਈ ਦੇਣਾ ਚਾਹੁੰਦਾ ਡਾਕਟਰ ਸਾਹਿਬ ਇੱਕ ਹੈ ਲੋਕਤੰਤਰੀ ਰਾਜ 'ਚ ਜਿਹੜੀ ਲੋਕਾਂ ਦੀ ਭਾਵਨਾ ਨੂੰ ਅੱਗੇ ਰੱਖਿਆ ਜਾਂਦਾ ਹੈ ਤੇ ਜਿਹੜਾ ਇਹ ਖੇਤੀ ਬਿੱਲਾਂ ਦੇ ਖਿਲਾਫ ਹੈ ਹੁਣ ਲੱਖਾਂ ਨਹੀਂ ਕਰੋੜਾਂ ਲੋਕ ਜੁੜ ਚੁੱਕੇ ਨੇ ਚਾਹੇ ਉਹ ਦੇਸ਼ 'ਚ ਬੈਠਾ ਕਿਸਾਨ ਜਾਂ ਵਿਦੇਸ਼ 'ਚ ਬੈਠੇ ਆ ਕਿਸਾਨ ਹੀ ਨਹੀਂ ਇਕੱਲਾ ਹਰ ਵਰਗ ਇਹ ਮੁੱਦੇ ਤੇ ਜੁੜ ਚੁੱਕਿਆ ਹੈ ਤੇ ਉਹਦੇ ਬਾਵਜੂਦ ਵੀ ਜਿਹੜੀ ਲੋਕਤੰਤਰੀ ਰਾਜ 'ਚ ਲੋਕਤੰਤਰੀ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਲਗਾਤਾਰ ਜਿਹੜੀ ਇਗਨੋਰ ਕਰ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਬਾਰੇ ਦੇਖੋ ਇਹਨਾਂ ਦੀ ਮੈਂ ਸ਼ੁਰੂ 'ਚ ਵੀ ਕਿਹਾ ਸੀ ਜਿਹੜੀ ਇਹ ਸਰਕਾਰ ਹੈ ਔਰ ਜਿਹੜੇ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਵਰਕਿੰਗ ਸਟਾਈਲ ਹੈ ਉਹਨਾਂ ਦਾ ਕੰਮ ਕਰਨ ਦਾ ਸਟਾਈਲ ਹੈ ਉਹ ਤਾਂ ਆਪਣੀ ਪਾਰਟੀ 'ਚ ਕੋਈ ਡੈਮੋਕ੍ਰੇਸੀ ਨਹੀਂ ਹੈ
ਉਹਨਾਂ ਦੀ ਪਾਰਟੀ 'ਚ ਕੋਈ ਡੈਮੋਕ੍ਰੇਸੀ ਨਹੀਂ ਆ, ਕੋਈ ਉਹਨਾਂ ਨਾਲ ਗੱਲ ਨਹੀਂ ਜਾ ਕੇ ਕਰ ਸਕਦਾ, ਉਹਨਾਂ ਨੂੰ ਕਹਿ ਨਹੀਂ ਸਕਦਾ ਕਿ ਤੁਸੀਂ ਆ ਗਲਤ ਫੈਸਲਾ ਲੈ ਲਿਆ। ਨਾ ਉਹਨਾਂ ਦੇ ਆਪਣੇ ਡੈਮੋਕ੍ਰੇਸੀ ਆ, ਨਾ ਉਹ ਡੈਮੋਕ੍ਰੇਸੀ 'ਚ ਬਿਲੀਵ ਕਰਦੇ ਆ। ਹਾਂ, ਡੈਮੋਕ੍ਰੇਸੀ ਦਾ ਦੁਰਉਪਯੋਗ ਕਰਕੇ ਪ੍ਰਧਾਨ ਮੰਤਰੀ ਜ਼ਰੂਰ ਬਣ ਗਿਆ, ਤੇ ਇਸ ਕਰਕੇ ਬੀਜੇਪੀ ਦੀ ਜਿਹੜੀ ਅਸਲੀ ਉਹ ਚਾਹੁੰਦੇ ਆ ਕਿ ਇਸ ਮੁਲਕ 'ਚ ਕਮਿਊਨਲ ਹਾਲਾਤ ਬਣਾ ਕੇ ਮੁਲਕ ਨੂੰ ਡਿਵਾਈਡ ਕਰ ਦਿੱਤਾ ਜਾਵੇ। ਉਹਨਾਂ ਦਾ ਮੇਨ ਏਜੰਡਾ ਤਾਂ ਉਹ, ਔਰ ਉਹਦੇ 'ਚ ਲੱਗੇ ਹੋਏ ਆ। ਇੱਥੇ ਵੀ ਲੋਕਾਂ ਨੂੰ ਸਮਝਾਉਣ 'ਚ ਪਏ ਆ ਕਿ ਜਿਹੜੇ ਸਿੱਖ ਲੋਕ ਆ ਇਹ ਤਾਂ ਖਾਲਿਸਤਾਨੀ ਹੁੰਦੇ ਆ, ਇਹ ਟੈਰਰਿਸਟ ਹੁੰਦੇ ਆ, ਇਹ ਫਲਾਣਾ ਹੁੰਦੇ ਆ। ਉਹਨਾਂ ਦਾ ਵੰਡਣਾ, ਮੁਲਕ ਨੂੰ ਵੰਡਣਾ ਉਹਨਾਂ ਦਾ ਏਜੰਡਾ ਹੈਗਾ। ਡੈਮੋਕ੍ਰੇਸੀ ਦਾ ਤਾਂ ਦੁਰਉਪਯੋਗ ਕਰਦੇ ਆ, ਡੈਮੋਕ੍ਰੇਸੀ 'ਚ ਬਿਲੀਵ ਨਹੀਂ ਕਰਦੇ। ਜੀ ਡਾਕਟਰ ਸਾਹਿਬ, ਇੱਕ ਹੈਗਾ ਸਵਾਲ, ਚਾਹੇ ਕਿਤੇ ਵੀ ਅੱਜ ਪੰਜਾਬੀ ਬੈਠਾ, ਪੰਜਾਬੀ ਨਹੀਂ ਪੂਰੇ ਦੇਸ਼ ਦੇ ਲੋਕਾਂ ਦਾ ਇਹ ਸਵਾਲ ਹੈ, ਤੁਸੀਂ ਦੂਰ ਅੰਦੇਸ਼ੀ ਰੱਖਦੇ ਹੋ ਵੀ ਕੀ ਬਣੂਗਾ ਜੀ? ਹੁਣ ਇੱਕੋ ਹੀ ਸਵਾਲ ਆ ਸਭ ਦੇ ਮਨ 'ਚ, ਜਿਹੜਾ ਵੀ ਪੁੱਛਦਾ, ਚਾਹੇ ਉਹ ਮੀਡੀਆ ਵਾਲਿਆਂ ਨੂੰ ਪੁੱਛਦਾ ਜਾਂ ਕਿਸੇ ਪੋਲੀਟੀਕਲ ਨੂੰ, ਵੀ ਕੀ ਬਣੂਗਾ ਜੀ ਹੁਣ ਐਜੀਟੇਸ਼ਨ ਦਾ? ਕੀ ਅੱਗੇ ਕਿੱਦਾਂ ਦੀ ਜਿੱਤ ਹੋਊ? ਨਹੀਂ, ਦੇਖੋ ਜਿੱਤ ਤਾਂ ਕਿਸਾਨਾਂ ਦੀ ਹੋਣੀ ਆ ਜੀ, ਕਿਉਂਕਿ ਦੇਖੋ ਉਹਨਾਂ ਦਾ ਜਿਹੜਾ ਟੈਸਟ ਲੈਣਾ ਸੀ ਕੇਂਦਰ ਸਰਕਾਰ ਨੇ, ਉਹਦੇ 'ਚੋਂ ਤਾਂ ਉਹ ਪਾਸ ਹੋ ਗਏ ਜੀ। ਕਿਉਂਕਿ ਜਿਹੜੀ ਦਸੰਬਰ ਦੀ ਜਿਹੜੀ ਠੰਡ ਸੀ ਜੀ, ਇਹਨਾਂ ਨੂੰ ਲੱਗਦਾ ਸੀ ਕਿ ਇੰਨੀ ਠੰਡ 'ਚ ਲੋਕਾਂ ਨੇ ਕਿੱਥੇ ਬਹਿਣਾ ਹੈਗਾ, ਭੱਜ ਭੁੱਜ ਜਾਣਗੇ ਜੀ। ਉਹ ਟੈਸਟ ਤਾਂ ਉਹ ਪਾਸ ਕਰ ਗਏ ਜੀ। ਇਹਨਾਂ ਨੂੰ ਹੁਣ ਫਿਕਰ ਪਿਆ ਹੋਇਆ ਵੀ ਹੁਣ ਕਰਾਂਗੇ ਕੀ? ਇਹ ਤਾਂ ਜਿਹੜੀ ਕੜਾਕੇ ਵਰਗੀ ਠੰਡ ਸੀ, 2-3 ਇੱਕ ਟੈਂਪਰੇਚਰ ਹੁੰਦਾ ਸੀ, ਔਰ ਲੋਕ ਬੈਠੇ ਆ ਧੂਣੀਆਂ ਲਾ ਕੇ। ਜੀ, ਸਾਡੇ ਪੰਜਾਬੀ ਜ਼ਿਮੀਂਦਾਰਾਂ ਦਾ, ਮੈਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ, ਜੂਨ 'ਚ ਕਿਹਾ ਸੀ ਕਿ ਪੰਜਾਬੀਆਂ 'ਚ ਉਹ ਤਾਂ ਖੇਤਾਂ 'ਚ ਸਵੇਰੇ 2-3 ਵਜੇ ਪਾਣੀ ਲਾਉਂਦੇ ਆ ਜਾ ਕੇ, ਜਦੋਂ ਉਧਰੋਂ ਕੋਹਰਾ ਪਿਆ ਹੁੰਦਾ ਜਾਂ ਮਾੜੀ ਮੋਟੀ ਉਹ ਓਸ ਜੀ ਪਈ ਹੁੰਦੀ ਆ, ਉਹਨਾਂ ਨੂੰ ਨਹੀਂ ਕੋਈ ਬਹੁਤਾ ਫਰਕ ਪੈਂਦਾ ਹੁੰਦਾ। ਤੁਸੀਂ ਇਹ ਪੰਗੇ ਉਹਨਾਂ ਦੇ ਟੈਸਟ ਨਾ ਲਓ, ਤੁਸੀਂ ਕਿਸਾਨਾਂ ਦੇ ਬਿੱਲ ਵਾਪਸ ਲੈ ਲਓ ਔਰ ਉਹਨਾਂ ਨਾਲ ਦੁਬਾਰਾ ਗੱਲਬਾਤ ਕਰਕੇ ਇੱਕ ਹੱਲ ਕਰਨ ਦੀ। ਕੇਂਦਰ ਸਰਕਾਰ ਦਾ ਮਤਲਬ ਹੈਗਾ ਕਿ ਉਹ ਸੂਬਿਆਂ ਦੇ ਹੱਕਾਂ ਤੇ ਡਾਕਾ ਨਾ ਮਾਰੇ। ਇਹ ਤਾਂ ਸੂਬਿਆਂ ਦਾ ਕੰਮ ਹੈਗਾ ਐਗਰੀਕਲਚਰ, ਤੇ ਤੁਸੀਂ ਇਹ ਬਿੱਲ ਵਾਪਸ ਲਓ ਔਰ ਫਿਰ ਸੂਬਿਆਂ ਦੇ ਛੱਡ ਦਿਓ, ਤੁਹਾਨੂੰ ਕੀ ਤਕਲੀਫ ਹੈ? ਔਰ ਜਿਹੜੇ ਸੂਬੇ ਨੇ ਜੋ ਕਰਨਾ ਹੋਊਗਾ ਕਰ ਲੈਣਗੇ, ਉਹ ਕਿਸਾਨਾਂ ਨਾਲ ਬੈਠ ਕੇ ਗੱਲ ਕਰ ਲੈਣਗੇ। ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੀ ਸਰਕਾਰ ਕਰ ਲੂ, ਹਰਿਆਣੇ ਦੇ ਹਰਿਆਣੇ ਨਾਲ ਉਹ ਆਪਣਾ ਕਰ ਲੈਣਗੇ। ਤੁਸੀਂ ਸਾਰੇ ਹਿੰਦੁਸਤਾਨ 'ਚ ਇੱਕੋ ਫਾਰਮੂਲਾ ਲਾ ਕੇ ਹੋ ਰਹੇ ਹੋ। ਪਹਿਲਾਂ ਤਾਂ ਇਹਨਾਂ ਤੋਂ ਪੁੱਛਣ ਵਾਲਾ ਹੋਵੇ, ਐਗਰੀਕਲਚਰ ਸਟੇਟ ਸਬਜੈਕਟ ਆ, ਇਹ ਤਾਂ ਕਰਦੇ ਕੀ ਹੈਗੇਗਾ? ਜ਼ੋਰ ਜ਼ਬਰਦਸਤੀ ਕਰਦੇ ਆ, ਜ਼ੋਰ ਜ਼ਬਰਦਸਤੀ ਕੀਤੀ ਆ। ਅੱਛਾ, ਪਹਿਲਾਂ ਜਦੋਂ ਵੜੇ ਪਾਰਲੀਮੈਂਟ 'ਚ ਥੱਲੇ ਮੱਥਾ ਟੇਕ ਰਹੇ ਆ, ਸਾਰਾ ਕਹਿ ਰਹੇ ਆ ਕੋਆਪਰੇਟਿਵ ਫੈਡਰਲਿਜ਼ਮ ਕਰਾਂਗੇ। ਮੇਰਾ ਖਿਆਲ ਨਾ GST 'ਚ ਨਾ ਡੀਮੋਨੇਟਾਈਜੇਸ਼ਨ, ਕਿਸੇ ਗੱਲ 'ਚ ਸਟੇਟਾਂ ਨੂੰ ਪੁੱਛਦੇ ਹੀ ਨਹੀਂ। ਅਰੇ ਆ ਤਾਂ ਐਗਰੀਕਲਚਰ ਉਹਨਾਂ ਦਾ ਹੀ ਸਵਾਲ ਸੀ, ਐਗਰੀਕਲਚਰ ਟ੍ਰੇਡ ਵੀ ਉਹਨਾਂ ਦਾ ਹੈਗਾ, ਸਟੇਟ ਗਵਰਨਮੈਂਟ ਦਾ, ਔਰ ਆਪ ਹੀ ਕਾਨੂੰਨ ਬਣਾਤੇ। ਤੇ ਇਸ ਕਰਕੇ ਇਹ ਜਿਹੜੀ ਡੈਮੋਕ੍ਰੇਟਿਕ ਇਲੈਕਟਡ ਸਰਕਾਰ ਹੈਗੀ ਆ, ਪਰ ਡੈਮੋਕ੍ਰੇਸੀ 'ਚ ਵਿਸ਼ਵਾਸ ਨਹੀਂ ਕਰਦੇ, ਫੈਡਰਲਿਜ਼ਮ 'ਚ ਵਿਸ਼ਵਾਸ ਨਹੀਂ ਕਰਦੇ, ਲੋਕ ਭਲਾਈ 'ਚ ਵਿਸ਼ਵਾਸ ਨਹੀਂ ਕਰਦੇ। ਇਹ ਤਾਂ ਅਸਲੀ ਮੁੱਦੇ ਤੇ ਤਾਂ ਆ ਨਹੀਂ ਰਹੇ। ਮੁਲਕ ਦੀ ਇਕਨੋਮੀ ਦਾ ਜਿਹੜਾ ਸੱਤਿਆਨਾਸ਼ ਹੋਇਆ, ਇਸ ਵੇਲੇ ਕਰੀਬ 10% ਤੋਂ ਜ਼ਿਆਦਾ ਅਨਇੰਪਲੋਇਮੈਂਟ ਆ। ਇਹ ਤਾਂ ਉਹਦੇ ਤੇ ਆਉਣ ਨਹੀਂ ਦਿੰਦੇ, ਕਿਉਂਕਿ ਪ੍ਰੈਸ ਕੁਝ ਛਪਣ ਨਹੀਂ ਦਿੰਦੇ ਹੈਗੇ, ਅਸਲੀ ਮੁੱਦਿਆਂ ਤੇ ਆਉਣ ਨਹੀਂ ਦਿੰਦੇ ਹੈਗੇ। ਇਹ ਕਿਸਾਨੀ ਤੇ ਕਿਸਾਨਾਂ ਦਾ ਹੱਲ ਕਰਨ ਵਿਚਾਰੇ, ਉਹ ਵੀ 1.5 ਮਹੀਨਾ ਹੋ ਗਿਆ ਹੁਣ ਬੈਠਿਆਂ ਨੂੰ, ਉਹਨਾਂ ਨੂੰ ਵਾਪਸ ਭੇਜਣ। 55-60 ਲੋਕਾਂ ਦੀ ਮੌਤ ਹੋ ਚੁੱਕੀ ਆ। ਇੰਨੀ ਨਿਰਦਈ ਸਰਕਾਰ ਹੈ, ਇਹਨਾਂ ਨੂੰ ਦਿਖ ਨਹੀਂ ਰਿਹਾ ਕਿ ਜਿੱਥੇ 60 ਲੋਕਾਂ ਦੀ 55 ਲੋਕਾਂ ਦੀ ਮੌਤ ਹੋ ਜੇ ਠੰਡ 'ਚ ਜਾਂ ਕਿਸੇ ਹੋਰ ਕਰਕੇ, ਅਰੇ ਉਹ ਤਾਂ ਇੱਕ ਆਦਮੀ ਦਾ ਵੀ ਮੌਤ ਹੋ ਜੇ ਤੇ ਇੰਨਾ ਵੱਡਾ ਨੁਕਸਾਨ ਹੁੰਦਾ। ਡਾਕਟਰ ਸਾਹਿਬ, ਇੱਕ ਹੋਰ ਬੜਾ ਅਹਿਮ ਸਵਾਲ ਹੈ ਵੀ ਦੇਖੋ, ਕਿਸਾਨ ਜਥੇਬੰਦੀਆਂ ਜਿਹੜੀ ਇਸ ਮੁੱਦੇ ਤੇ ਸਰਕਾਰ ਤੇ ਜਥੇਬੰਦੀਆਂ ਆਮੋ ਸਾਹਮਣੇ ਹੋ ਚੁੱਕੀਆਂ ਨੇ, ਜਿਹੜੀਆਂ ਵਿਰੋਧੀ ਤਰ੍ਹਾਂ ਬੈਕਫੁੱਟ ਤੇ ਨੇ, ਚਾਹੇ ਭਾਵੇਂ ਪਿੱਛੋਂ ਸਪੋਰਟ ਕਰਦੀਆਂ ਵੀ ਨੇ, ਪਰ ਇੱਕ ਸਰਕਾਰ ਇੱਕੋ ਹੀ ਦੋਸ਼ ਲਾ ਰਹੀ ਹੈ ਬਾਰ-ਬਾਰ ਵੀ ਵਿਰੋਧੀ ਉਕਸਾ ਰਹੇ ਆ। ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਾਰੇ? ਦੇਖੋ, ਸਰਕਾਰ ਬਿਲਕੁਲ ਝੂਠ ਬੋਲ ਰਹੀ ਆ। ਇਹ ਬਿਲਕੁਲ ਇੱਕ ਸਪਸ਼ਟ ਔਰ ਪਵਿੱਤਰ ਕਿਸਾਨਾਂ ਦੀ ਐਜੀਟੇਸ਼ਨ ਹੈਗੀ ਆ। ਉਹਨਾਂ ਨੇ ਦੇਖੋ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ, ਭਾਜਪਾ ਨੇ ਕੋਸ਼ਿਸ਼ ਕੀ ਕੀਤੀ? ਪਹਿਲਾਂ ਤਾਂ ਕਿਹਾ ਕਿ ਕਿਸਾਨ ਹੀ ਨਹੀਂ ਹੈਗੇ, ਫਿਰ ਕਹਿਣ ਲੱਗ ਪਏ ਕਿ ਹਰਿਆਣੇ ਦੇ ਤਾਂ ਲੋਕ ਹੀ ਨਹੀਂ ਇਹਦੇ 'ਚ ਹੈਗੇ, ਫਿਰ ਕਹਿੰਦੇ ਨਹੀਂ ਇਹ ਪੰਜਾਬ ਦੇ ਜਿਹੜੇ ਖਾਲਿਸਤਾਨੀ ਆ ਉਹ ਲੈ ਕੇ ਆ ਗਏ,
ਫਿਰ ਕਹਿੰਦੇ ਕਾਮਰੇਡ ਔਰ ਨੈਕਸਲਾਈਟ ਲੈ ਕੇ ਆ ਗਏ, ਫਿਰ ਕਦੇ ਕੁਛ ਕਹਿੰਦੇ ਆ, ਫਿਰ ਕਹਿੰਦੇ ਨਹੀਂ ਇਹ ਪੋਲੀਟੀਕਲ ਪਾਰਟੀਆਂ ਚਲਾ ਰਹੀਆਂ, ਕਾਂਗਰਸ ਚਲਾ ਰਹੀ। ਅਰੇ ਸਾਨੂੰ ਤਾਂ ਉਹ ਉੱਥੇ ਕਹਿੰਦੇ ਕਿ ਤੁਸੀਂ ਸਾਡੀ ਸਟੇਜ ਤੇ ਆਉਣਾ ਨਹੀਂ ਹੈਗਾ। ਔਰ ਕਿਹੜਾ ਵੱਡਾ ਲੀਡਰ ਹੈ ਜਿਹੜਾ ਕਿਸੇ ਵੀ ਪਾਰਟੀ ਦਾ ਕਿਸਾਨ ਜਥੇਬੰਦੀਆਂ ਦੀ ਸਟੇਜ ਤੋਂ ਬੋਲਿਆ ਹੈਗਾ? ਅਸੀਂ ਸਾਰੇ, ਕਿਉਂਕਿ ਅਸੀਂ ਸਾਰੇ ਹੈ ਤੇ ਪਿੰਡਾਂ ਚੋਂ ਹੀ ਆ ਨਾ, ਅਸੀਂ ਸਾਰੇ ਕਿਸਾਨਾਂ ਨਾਲ ਖੜੇ ਆ, ਮੁੱਦਿਆਂ ਨਾਲ ਖੜੇ ਆ ਔਰ ਮੋਦੀ ਸਰਕਾਰ ਦੇ ਖਿਲਾਫ ਖੜੇ ਆ। ਲੇਕਿਨ ਅਸੀਂ ਸਟੇਜਾਂ ਤੇ ਤਾਂ ਨਹੀਂ ਨਾ ਜਾ ਰਹੇ, ਕਿਤੇ ਅਸੀਂ ਭਾਸ਼ਣ ਨਹੀਂ ਕਰ ਰਹੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਐਜੀਟੇਸ਼ਨ ਆ, ਸਾਡੀ ਐਜੀਟੇਸ਼ਨ ਰਹਿਣ ਦਿਓ। ਇਹ ਸਾਡਾ ਵੀ ਫਰਜ਼ ਬਣਦਾ ਕਿ ਉਹਨਾਂ ਦੀ ਐਜੀਟੇਸ਼ਨ ਆ, ਉਹਨਾਂ ਨੇ ਹੀ ਸਾਰਾ ਕੀਤਾ, ਉਹਨਾਂ ਦੀ ਐਜੀਟੇਸ਼ਨ ਰਵੇ। ਇਹ ਤਾਂ ਧਿਆਨ ਡਾਈਵਰਟ ਕਰਨ ਲਈ ਇਹ ਸਭ ਤੋਂ ਵੱਡੇ ਮਾਸਟਰ ਨੇ। ਕੁਛ ਵੀ ਸੋਸ਼ਲ ਮੀਡੀਆ ਤੇ 5-7-10 ਹਜ਼ਾਰ ਆਦਮੀ ਲੱਗਿਆ ਰਹਿੰਦਾ, ਕੁਝ ਵੀ ਪਾ ਦਿੰਦੇ ਆ। ਕਿਸਾਨਾਂ ਦੀ ਐਜੀਟੇਸ਼ਨ, ਪਿਓਰ ਕਿਸਾਨਾਂ ਦੀ ਐਜੀਟੇਸ਼ਨ ਆ, ਉਹਨਾਂ ਦੇ ਲੀਡਰ ਚਲਾ ਰਹੇ ਆ, ਕਿਸਾਨ ਚਲਾ ਰਹੇ ਆ। ਕਿਸੇ ਪੋਲੀਟੀਕਲ ਪਾਰਟੀ ਦਾ ਉਹਦੇ 'ਚ ਕੋਈ ਯੋਗਦਾਨ ਨਹੀਂ ਆ। ਅਸੀਂ ਸਾਰੇ ਵੈਸੇ ਉਹਨਾਂ ਦੀ ਸਪੋਰਟ 'ਚ ਆ, ਹਰ ਪੋਲੀਟੀਕਲ ਪਾਰਟੀ ਸਪੋਰਟ ਕਰ ਰਹੀ ਹੈ, ਕਾਂਗਰਸ ਵੀ ਸਪੋਰਟ ਕਰ ਰਹੀ, ਲੇਕਿਨ ਅਸੀਂ ਉਹਨਾਂ ਦੀਆਂ ਸਟੇਜਾਂ ਤੇ ਨਹੀਂ ਜਾਂਦੇ, ਕਿਉਂਕਿ ਉਹਨਾਂ ਦੀ ਪਵਿੱਤਰਤਾ ਵੀ ਤਾਂ ਬਹਾਲ ਰੱਖਣਾ ਔਰ ਸਹੀ ਰੱਖਣਾ ਉਹ ਵੀ ਤਾਂ ਸਾਡਾ ਫਰਜ਼ ਬਣਦਾ ਕਿ ਨਹੀਂ ਬਣਦਾ? ਕਿਸਾਨਾਂ ਦੀ ਮੂਵਮੈਂਟ ਹੈਗੀ ਆ, ਉਹ ਪਿਓਰ ਰਵੇ, ਸਾਡਾ ਵੀ ਫਰਜ਼ ਬਣਦਾ ਔਰ ਅਸੀਂ ਉਸ ਗੱਲ ਨੂੰ ਸਲੂਟ ਮਾਰਦੇ ਹਾਂ ਔਰ ਉਹ ਪਿਓਰ ਰੱਖਣਾ ਚਾਹੁੰਦੇ ਹਾਂ। ਡਾਕਟਰ ਸਾਹਿਬ, ਤੁਸੀਂ ਬਿਊਰੋਕ੍ਰੇਸੀ 'ਚ ਵੀ ਬੜੇ ਉੱਚ ਅਹੁਦਿਆਂ ਤੇ ਰਹੇ ਹੋ ਦੇਸ਼ 'ਚ, ਪੋਲੀਟੀਕਲ ਤੌਰ ਤੇ ਵੀ ਤੁਸੀਂ ਵੱਡਾ ਤੁਹਾਡਾ ਨਾਂ ਹੈ। ਕੀ ਸਮਝਦੇ ਹੋ ਵੀ ਜਿਹੜਾ ਦੇਸ਼ ਹੈ, ਜਿਹੜੇ ਹਾਲਾਤਾਂ 'ਚ ਜਾ ਰਿਹਾ ਹੈ, ਉਹਦੇ ਆਰਥਿਕ ਮੰਦਵਾੜੇ ਬਾਰੇ ਜਾਂ ਕਿੱਦਾਂ ਦੇ ਹਾਲਾਤ ਪੈਦਾ ਹੋਣ ਜਾ ਰਹੇ ਆ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਸ ਤਰ੍ਹਾਂ ਹੈਗਾ ਜੀ, ਦੇਖੋ ਇਹ ਮੁਲਕ ਦਾ ਤਾਂ ਇਸ ਵੇਲੇ ਬਹੁਤ ਬੁਰੀ ਹਾਲਤ ਹੈ। ਅਫਸੋਸ ਇਹ ਆ ਕਿ ਉਹ ਗੱਲ ਨਾ ਛਪ ਕੇ ਆਉਂਦੀ ਆ, ਨਾ ਇਲੈਕਟ੍ਰੋਨਿਕ ਮੀਡੀਆ 'ਚ ਆਉਂਦੀ ਆ। ਤੁਹਾਨੂੰ ਪਤਾ ਜਿਹੜਾ ਪਹਿਲਾ ਕੁਆਰਟਰ ਮਾਰਚ ਤੋਂ ਜੂਨ, ਜਿਹੜਾ 24% ਆਪਣੀ ਇਕਨੋਮੀ ਥੱਲੇ ਨੂੰ ਗਈ ਆ, ਜਿਹਨੂੰ ਕੰਟਰੈਕਸ਼ਨ ਅੰਗਰੇਜ਼ੀ 'ਚ ਕਹਿੰਦੇ ਆ, ਭਈ ਉਹ ਪਹਿਲਾਂ ਨਾਲੋਂ ਘਟ ਗਈ ਆ, ਉਹ ਸਿਰਫ ਔਰ ਸਿਰਫ ਆਰਗੇਨਾਈਜ਼ ਸੈਕਟਰ ਦੀ ਹੈਗੀ ਆ। ਔਰ ਆਰਗੇਨਾਈਜ਼ ਸੈਕਟਰ ਸਿਰਫ 6 ਜਾਂ 8% ਲੇਬਰ ਕੰਮ ਕਰਦੀ ਹੈ, 94% ਲੇਬਰ ਅਨਆਰਗੇਨਾਈਜ਼ਡ ਸੈਕਟਰ 'ਚ ਕਰਦੀ ਹੈ। 50 ਜਾਂ 55% ਇਕਨੋਮੀ ਜਿਹੜੀ ਹੈ GDP ਉਹ ਆਰਗੇਨਾਈਜ਼ ਸੈਕਟਰ ਦਾ, 50-55% ਜਾਂ 45% ਅਨਆਰਗੇਨਾਈਜ਼ਡ ਸੈਕਟਰ ਦਾ ਹੈਗਾ। ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਇਸ ਸਰਕਾਰ ਨੇ ਪਿਛਲੇ 4 ਸਾਲਾਂ 'ਚ, ਡੀਮੋਨੇਟਾਈਜੇਸ਼ਨ ਤੋਂ ਲੈ ਕੇ, ਨੋਟਬੰਦੀ ਤੋਂ, GST ਤੋਂ ਲੈ ਕੇ, ਲਾਕਡਾਊਨ ਤੋਂ ਲੈ ਕੇ ਔਰ ਆਹ ਸਾਰਾ ਕੁਝ, ਉਹ ਸਭ ਤੋਂ ਵੱਡਾ ਨੁਕਸਾਨ ਸਾਰੇ ਹਿੰਦੁਸਤਾਨ 'ਚ ਜਿਹੜਾ ਅਸੰਗਠਿਤ ਖੇਤਰ ਹੈਗਾ, ਜਿਹੜੇ ਉਹ ਮਾਈਗ੍ਰੈਂਟ ਲੇਬਰਰ ਗਏ ਸੀ, ਜਿਹੜੇ ਕੱਚੇ ਵਰਕਰ ਸੀ। ਅੱਜ ਵੀ ਜਿਹੜੀ CMI ਕਹਿ ਰਹੀ ਹੈਗੀ ਆ ਸੰਸਥਾ ਜਿਹੜੀ ਇੰਪਲੋਇਮੈਂਟ ਦਾ ਡਾਟਾ ਕਲੈਕਟ ਕਰਦੀ ਆ, ਉਹ ਕਹਿੰਦੀ ਪਿਛਲੇ 4-6 ਮਹੀਨਿਆਂ 'ਚ 10 ਕਰੋੜ ਲੋਕਾਂ ਦੀ ਨੌਕਰੀ ਗਈ ਆ। ਔਰ ਜੇ ਡੀਮੋਨੇਟਾਈਜੇਸ਼ਨ ਤੋਂ ਕੱਢ ਲਈਏ 20-25-30 ਕਰੋੜ ਲੋਕਾਂ ਦੀ ਨੌਕਰੀ ਚਲੀ ਗਈ ਆ। ਮੁਲਕ ਦਾ ਪੱਠਾ ਬੈਠ ਚੁੱਕਿਆ, ਕਿਉਂਕਿ ਜਿਹੜੀਆਂ ਅਸੀਂ ਫਿਗਰ ਦਿਖਾ ਰਹੇ ਹਾਂ ਉਹਦੇ 'ਚ ਅਨਆਰਗੇਨਾਈਜ਼ ਸੈਕਟਰ ਜਿਹੜਾ ਅੱਧਾ ਹੈਗਾ GDP ਦਾ, ਉਹ ਤਾਂ ਆਪਾਂ ਦਿਖਾ ਹੀ ਨਹੀਂ ਰਹੇ। ਜਿਹੜਾ ਅਸਲੀ ਨੁਕਸਾਨ ਹੋਇਆ, ਇਹ ਜਿਹੜਾ GDP ਦਾ ਨੁਕਸਾਨ, ਜਿਹੜਾ ਆਪਣਾ ਕੰਟਰੈਕਸ਼ਨ ਹੋਊਗੀ ਫਸਟ ਕੁਆਰਟਰ 'ਚ, ਉਹ ਜਿਹੜਾ 24 ਕਹਿ ਰਹੇ ਹੋ, ਮੇਰੇ ਖਿਆਲ 40-45 ਮੇ ਵੀ 50% ਹੈਗਾ। ਪਰ ਕੋਈ ਕਵੇ ਤਾਂ ਸਹੀ, ਦਿਖਾਵੇ ਤਾਂ ਸਹੀ। ਕਿਸੇ ਅਖਬਾਰ ਨੇ ਨਹੀਂ ਲਿਖਿਆ ਕਿ ਅਨਆਰਗੇਨਾਈਜ਼ ਸੈਕਟਰ ਇਹਦੇ 'ਚ ਕਾਊਂਟਡ ਨਹੀਂ ਹੈਗਾ। ਹੁਣ ਕਹੀ ਜਾਂਦੇ ਕਿ ਨਹੀਂ 7% ਹੋਊਗਾ, 7 ਨਹੀਂ, ਘੱਟੋ ਘੱਟ 15-20% ਆਪਣੀ ਕੰਟਰੈਕਸ਼ਨ ਹੋਊਗੀ। ਤੇ ਮੁਲਕ ਦਾ ਬਹੁਤ ਬੁਰੀ ਹਾਲਤ ਹੈਗੀ ਆ। ਇਹ ਤਾਂ ਸਰਕਾਰ ਨੇ ਸਤਿਆਨਾਸ਼ ਕਰਤਾ ਮੁਲਕ ਦਾ। ਫੈਸਲੇ ਗਲਤ ਲੈਂਦੇ ਆ, ਜਦੋਂ ਤੋਂ ਮਰਜ਼ੀ ਇਹਨਾਂ ਦੇ ਫੈਸਲੇ ਦੇਖ ਲਓ। ਆ ਕਿਸਾਨਾਂ ਦਾ ਫੈਸਲਾ ਹੈਗਾ, ਅੱਛਾ ਭਲਾ ਸੈਕਟਰ ਚੱਲ ਰਿਹਾ ਸੀ, ਉਹਨੂੰ ਕੰਪਨੀਆਂ ਨੂੰ ਥੋਪਣ ਲਈ। ਇਹ ਤਾਂ ਸਰਕਾਰੀ ਕੰਪਨੀਆਂ ਦੀਆਂ, ਸੂਟ ਬੋਰਡ ਦੀ ਸਰਕਾਰ ਹੈਗੀ, ਪਹਿਲੇ ਦਿਨ ਤੋਂ ਕੰਪਨੀਆਂ ਦਾ ਕੰਮ ਕਰਦੇ ਆ, ਮਲਟੀਨੈਸ਼ਨਲ ਦਾ ਕੰਮ ਕਰਨਾ ਚਾਹੁੰਦੇ ਆ ਔਰ ਕਿਸਾਨੀ ਨੂੰ ਵੇਚਣਾ ਚਾਹੁੰਦੇ ਆ ਉਹਨਾਂ ਨੂੰ। ਇਹ ਮੈਂ ਰਿਕਾਰਡ ਤੇ ਕਹਿਣਾ ਚਾਹੁੰਦਾ ਜੀ। ਡਾਕਟਰ ਸਾਹਿਬ, ਆਖਰੀ ਸਵਾਲ ਹੈ, ਕਿਸਾਨ ਜਥੇਬੰਦੀਆਂ ਆਪਣੇ ਸਟੈਂਡ ਤੇ ਜਿਹੜੀਆਂ ਅੜੀਆਂ ਹੋਈਆਂ ਨੇ, ਖੜੀਆਂ ਨੇ। 26 ਨੂੰ ਉਹਨਾਂ ਵੱਲੋਂ ਜਿਹੜਾ ਗਣਤੰਤਰ ਦਿਵਸ ਮੌਕੇ ਜਿਹੜਾ ਇੱਕ ਟਰੈਕਟਰ ਮਾਰਚ ਕੀਤਾ ਜਾ ਰਿਹਾ ਝੰਡੇ ਲਾ ਕੇ, ਪਾਰਟੀ ਵੱਲੋਂ ਤੁਸੀਂ ਕਿਸ ਤਰ੍ਹਾਂ ਉਹਨੂੰ ਦੇਖਦੇ ਹੋ ਤੇ ਕਿਸ ਤਰ੍ਹਾਂ ਦੀ ਸਪੋਰਟ ਜਿਹੜੀ ਹੈਗੀ ਆ ਕਰਦੇ? ਦੇਖੋ, ਅਸੀਂ ਤਾਂ ਸ਼ੁਰੂ ਤੋਂ ਹੀ, ਮੈਂ ਵੀ ਔਰ ਪਾਰਟੀ ਵੀ, ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ।
ਅਸੀਂ ਚਾਹੇ ਸਿੰਘੂ ਬਾਰਡਰ ਜਾਂ ਟਿਕਰੀ ਬਾਰਡਰ ਨਹੀਂ ਜਾ ਰਹੇ, ਪਰ ਇਹਦਾ ਮਤਲਬ ਇਹ ਨਹੀਂ ਆ ਅਸੀਂ ਬਿਲਕੁਲ ਉਹਨਾਂ ਨਾਲ ਖੜੇ ਆ, ਉਹਨਾਂ ਦੀ ਹਰ ਚੀਜ਼ ਦਾ ਫੈਸਲਾ ਸਵਾਗਤ ਕਰਦੇ ਆ, ਔਰ 26 ਨੂੰ ਜੋ ਕਰ ਰਹੇ ਆ ਉਹ ਬਿਲਕੁਲ ਸਹੀ ਕਰ ਰਹੇ ਆ, ਅਸੀਂ ਉਹਦੀ ਸਪੋਰਟ ਕਰਦੇ ਹਾਂ ਜੀ। ਤੁਸੀਂ ਸੁਣਿਆ ਕਿ ਡਾਕਟਰ ਅਮਰ ਸਿੰਘ ਉਹਨਾਂ ਨੇ ਜਿਹੜਾ ਕਿਸਾਨੀ ਮੁੱਦੇ ਤੇ ਜਿਹੜੇ ਕਿਸਾਨ ਬਿੱਲਾਂ ਨੂੰ ਲੈ ਕੇ ਜਿਹੜਾ ਸੰਘਰਸ਼ ਲੜਿਆ ਜਾ ਰਿਹਾ ਹੈ, ਜਿੱਥੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਹੈ ਇਹ ਸੰਘਰਸ਼ ਤੇ ਪਿੱਠ ਥੱਪੜੀ ਹੈ ਤੇ ਉਹਨਾਂ ਦੇ ਸੰਘਰਸ਼ ਦੇ ਸੰਬੰਧ ਜਿਹੜਾ ਸਰਕਾਰ ਵੱਲੋਂ ਬਾਰ-ਬਾਰ ਮੀਟਿੰਗਾਂ ਬੁਲਾ ਕੇ ਕਿਸਾਨਾਂ ਨੂੰ ਮੋੜਿਆ ਜਾ ਰਿਹਾ ਉਹਦੀ ਆਲੋਚਨਾ ਕੀਤੀ ਹੈ। ਉੱਥੇ ਦੇਸ਼ 'ਚ ਜਿਹੜੇ ਆਰਥਿਕ ਪੱਖੋਂ ਹਾਲਾਤ ਪੈਦਾ ਹੋ ਰਹੇ ਆ ਉਹਨਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਅਸੀਂ ਭਵਿੱਖ 'ਚ ਵੀ ਇਹਨਾਂ ਨਾਲ ਗੱਲਬਾਤ ਕਰਦੇ ਰਹਾਂਗੇ। ਇਸ ਬੁਲੇਟਿਨ 'ਚ ਇੰਨਾ ਹੀ। ਧੰਨਵਾਦ। ਮੈਂ ਜੋਗਿੰਦਰ ਸਿੰਘ, ਕੈਮਰਾਮੈਨ ਅਸ਼ੋਕ ਸੰਗਮ ਨਾਲ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।